Hello students, today we are going to read our chapter number 4 of the part C of your book, The Gold Frame, written by R.K. Lakshman. R.K. Lakshman जी ਦਾ ਪੂਰਾ ਨਾਮ ਰਾਸੀਪੁਰਮ ਕ੍ਰਿਸ਼ਨਾ ਸਵਾਮੀ ਅਯਰ ਲਕਸ਼ਮਣ ਸੀ, ਜੋ ਕਿ ਇੱਕ ਇੰਡੀਅਨ ਕਾਰਟੂਨਿਸਟ ਦੇ ਬਤੌਰ ਬਹੁਤ ਜ਼ਿਆਦਾ ਮਸ਼ਹੂਰ ਸੀਗੇ ਔਰ ਉਹਨਾਂ ਦੀ ਬੈਸਟ ਕ੍ਰੀਏਸ਼ਨ ਐਜ਼ ਅ ਕਾਰਟੂਨਿਸਟ ਬਹੁਤ ਫੇਮਸ ਹੋਈ ਦ ਕਾਮਨ ਮੈਨ। ਇਹ ਸਟੋਰੀ ਦ ਗੋਲਡ ਫਰੇਮ ਜਿਨ੍ਹਾਂ ਨੇ ਲਿਖੀ ਹੈ ਉਹ ਆਰ ਕੇ ਨਾਰਾਇਣ ਦੇ ਬ੍ਰਦਰ ਸੀਗੇ ਔਰ ਆਰ ਕੇ ਨਾਰਾਇਣ ਦੇ ਬਾਰੇ ਵੀ ਤੁਸੀਂ ਜਾਣਦੇ ਹੋ, ਇੰਡੀਅਨ ਰਾਈਟਰ ਔਰ ਆਪਣੀ ਸ਼ਾਰਟ ਸਟੋਰੀਜ਼ ਲਈ ਫੇਮਸ ਹੈ। ਸੋ ਗੱਲ ਕਰਦੇ ਹਾਂ ਇਸ ਸਟੋਰੀ ਦੇ ਬਾਰੇ। ਦ ਗੋਲਡ ਫਰੇਮ ਇੱਕ ਸੁਨਹਿਰੀ ਫਰੇਮ ਜੋ ਕਿ ਅਕਸਰ ਫੋਟੋਜ਼ ਨੂੰ ਕਵਰ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਔਰ ਦੱਤਾ ਇਜ਼ ਦ ਮੇਨ ਕਰੈਕਟਰ ਆਫ ਦ ਚੈਪਟਰ। ਦੱਤਾ ਇਸ ਸਟੋਰੀ ਦੇ ਵਿੱਚ ਮੇਨ ਕਰੈਕਟਰ ਹੈ, ਜਿਹਦੀ ਕਿ ਆਪਣੀ ਇੱਕ ਛੋਟੀ ਜਿਹੀ ਦੁਕਾਨ ਲਾਈਕ ਅ ਵੁਡਨ ਪੈਕਿੰਗ ਕੇਸ, ਜਿਸ ਤਰ੍ਹਾਂ ਇੱਕ ਖੋਖਾ ਹੁੰਦਾ ਹੈ, ਔਰ ਉਹਦਾ ਨਾਮ ਦ ਮਾਡਰਨ ਫਰੇਮ ਵਰਕਸ ਰੱਖਿਆ ਉਹਨੇ ਆਪਣੀ ਦੁਕਾਨ ਦਾ ਨਾਮ। और वो दुकान कित्थे है? एक ड्रग स्टोर है एक तरफ और दूसरी तरफ एक रेडियो रिपेयर शॉप है और विचकार दत्ता दी शॉप द मॉडर्न फ्रेम वर्क्स है। हुण दत्ता किहो जिहा करैक्टर है? विद हिज कनकेव फिगर, सिल्वर रिम्ड ग्लासेस एंड अ कॉम्पलैक्शन ऑफ सीजन टिम्बर। इस तरह लगता है कि जिस तरीके दे नाल ओहदी दुकान समान ना भरी पई है, ਉਹ ਵੀ ਇੱਕ ਤਰ੍ਹਾਂ ਦਾ ਓਬਜੈਕਟ ਹੈ ਜੋ ਆਪਣੀ ਦੁਕਾਨ ਦੇ ਵਿੱਚ ਇਕਸਾਰਤਾ ਦਿਖਾਉਂਦਾ ਹੈ। ਔਰ ਕਨਕੇਵ ਫਿਗਰ, ਪਤਲਾ ਦੁਬਲਾ, ਕੁਛ ਝੁਕਿਆ ਹੋਇਆ ਔਰ ਚਸ਼ਮਾ ਲਗਾਇਆ ਹੋਇਆ। ਉਹਦਾ ਨੇਚਰ ਦੀ ਅਗਰ ਗੱਲ ਕਰੀਏ, ਹੀ ਵਾਜ਼ ਅ ਸਾਇਲੈਂਟ ਹਾਰਡ ਵਰਕਿੰਗ ਮੈਨ। ਬਹੁਤ ਜ਼ਿਆਦਾ ਬੋਲਣਾ ਪਸੰਦ ਨਹੀਂ ਕਰਦਾ ਸੀ, ਮਿਹਨਤੀ ਸੀ, ਚੁੱਪਚਾਪ ਆਪਣਾ ਕੰਮ ਕਰਦਾ ਸੀ ਔਰ ਅਗਰ ਕੋਈ ਕਸਟਮਰ ਆ ਕੇ ਉਹਨੂੰ ਆਪਣੀ ਗੱਲਾਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਉਹ ਇਗਨੋਰ ਕਰ ਦਿੰਦਾ ਸੀ। ਹਮੇਸ਼ਾ ਆਪਣੇ ਕੰਮ ਦੇ ਵਿੱਚ ਔਰ ਕੁਝ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਘਿਰਿਆ ਹੋਇਆ, ਲਾਈਕ ਕਾਰਡਬੋਰਡ ਪੀਸਿਸ, ਬਿਟਸ ਆਫ ਵੁੱਡਸ, ਗਲਾਸ ਸ਼ੀਟਸ, ਬਾਕਸਿਸ ਆਫ ਨੇਲਸ, ਗਲੂ ਬੋਟਲਸ, ਪੇਂਟ ਟਿਨਸ ਐਂਡ ਅਦਰ ਔਡ ਐਂਡ ਐਂਡਸ। ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਕਿ ਉਹਨੂੰ ਕਿਸੇ ਵੀ ਪਿਕਚਰ ਨੂੰ ਫਰੇਮ ਕਰਨ ਦੇ ਲਈ ਜ਼ਰੂਰੀ ਹੁੰਦੀਆਂ ਸੀਗੀਆਂ। ਔਰ ਅਕਸਰ ਇਹਨਾਂ ਚੀਜ਼ਾਂ ਦੇ ਵਿੱਚ ਉਹ ਆਪਣਾ ਕਟਰ ਔਰ ਜਾਂ ਫਿਰ ਕਦੀ ਪੈਨਸਿਲ ਖੋ ਬੈਠਦਾ ਔਰ ਫਿਰ ਉਹਨੂੰ ਲੱਭਣ ਵਾਸਤੇ ਆਪਣੇ ਕੱਪੜੇ ਤਿੱਕਰ ਉੱਠ ਕੇ ਝਾੜ ਦਿੰਦਾ। ਉਹਦੀ ਦੁਕਾਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਿਕਚਰਸ ਸੀਗੀਆਂ ਜਿਨ੍ਹਾਂ ਨੇ ਕਿ ਉਹਦੀ ਪੂਰੀ ਦੁਕਾਨ ਨੂੰ ਘੇਰਿਆ ਹੋਇਆ ਸੀ ਔਰ 1 ਇੰਚ ਜਗ੍ਹਾ ਵੀ ਉਸ ਦੁਕਾਨ ਦੇ ਵਿੱਚ ਨਹੀਂ ਸੀ। ਗੋਡਸ, ਸੇਂਟਸ, ਹਾਕੀ ਪਲੇਅਰਸ, ਚਿਲਡਰਨ, cheap prints of the Mona Lisa, national leaders, wedding couples, Urdu calligraphy, the snow-clad Fujiyama, and many other coexisted। बहुत सारियां pictures जिमें कि कोई भगवान दियां, संतां दियां, कोई खिडारियां दियां या फिर मोनालिसा दी नकल, कुछ नेतावां दियां, कुछ नवविआहे जोड़ियां दियां ਜਾਂ ਫਿਰ ਉਰਦੂ ਦੀਆਂ ਹਸਤ ਲਿਖਤਾਂ, ਉਰਦੂ ਦੇ ਵਿੱਚ ਲਿਖੀਆਂ ਹੋਈਆਂ ਕੈਲੀਗ੍ਰਾਫੀ ਮੀਨਸ ਲਿਖਤਾਂ ਔਰ ਸਨੋ ਕਲੈਡ ਫਿਊਜੀਆਮਾ ਦਾ ਮੀਨਿੰਗ ਆਪਾਂ ਦੇਖੀਏ ਕਿ ਕੀ ਹੁੰਦਾ ਫਿਊਜੀਆਮਾ। ਇਹ ਵੋਲਕਨ ਹੈ ਇਨ ਜਾਪਾਨ ਦੇ ਵਿੱਚ ਇੱਕ ਜਵਾਲਾਮੁਖੀ ਜੋ ਕਿ ਇਸ ਨਾਮ ਦੇ ਨਾਲ ਮਸ਼ਹੂਰ ਹੈ, ਉਹਦੀਆਂ ਤਸਵੀਰਾਂ। ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਨਾਲ ਉਹਦੀ ਪੂਰੀ ਦੁਕਾਨ ਭਰੀ ਹੋਈ ਸੀ। ਇੱਕ ਦਿਨ ਦੱਤਾ ਆਪਣਾ ਕੰਮ ਕਰ ਰਿਹਾ ਸੀ ਦੁਕਾਨ ਦੇ ਵਿੱਚ, ਆਪਣੇ ਕੰਮ ਦੇ ਵਿੱਚ ਬਹੁਤ ਬਿਜ਼ੀ ਸੀ ਕਿ ਇੱਕ ਕਸਟਮਰ ਉਹਦੇ ਕੋਲ ਆਇਆ ਔਰ ਉਹਨੂੰ ਇੱਕ ਪਿਕਚਰ ਦਿਖਾ ਕੇ ਬੋਲਦਾ ਹੈ ਕਿ ਮੈਨੂੰ ਇਹ ਪਿਕਚਰ ਫਰੇਮ ਕਰਕੇ ਚਾਹੀਦੀ ਹੈ ਔਰ ਵਧੀਆ ਕੰਮ ਹੋਣਾ ਚਾਹੀਦਾ ਹੈ, ਪੈਸੇ ਦੀ ਕੋਈ ਪ੍ਰੋਬਲਮ ਨਹੀਂ ਹੈ। I want a really good job done, no matter how much it cost। और कस्टमर ने अपनी उस तस्वीर ਨੂੰ ਜਦੋਂ ਦਿਖਾਇਆ
ਤੇ ਉਹ ਕਿਸ ਤਰ੍ਹਾਂ ਦੀ ਤਸਵੀਰ ਸੀ? ਅ ਸੇਪੀਆ ਬਰਾਊਨ ਫੋਟੋਗ੍ਰਾਫ ਆਫ ਐਨ ਓਲਡ ਮੈਨ। ਇੱਕ ਫੋਟੋਗ੍ਰਾਫ ਜੋ ਕਿ ਡਾਰਕ ਰੈਡਿਸ਼ ਬਰਾਊਨ ਸ਼ੇਡ ਉਸ ਫੋਟੋ ਤੋਂ ਆ ਰਿਹਾ ਸੀ। ਸੇਪੀਆ ਬਰਾਊਨ ਦਾ ਮਤਲਬ ਡਾਰਕ ਰੈਡਿਸ਼ ਬਰਾਊਨ ਸ਼ੇਡ। ਕਸਟਮਰ ਨੇ ਜਦੋਂ ਫੋਟੋ ਦਿਖਾਈ ਤੇ ਉਹ ਇੱਕ ਬਜ਼ੁਰਗ ਆਦਮੀ ਦੀ ਫੋਟੋ ਸੀ। ਦੱਤਾ ਨੇ ਉਹਨੂੰ ਪੁੱਛਿਆ, ਵਟ ਸੌਰਟ ਆਫ ਅ ਫਰੇਮ ਵੁਡ ਯੂ ਲਾਈਕ? ਕਿਸ ਤਰ੍ਹਾਂ ਦਾ ਫਰੇਮ ਚਾਹੀਦਾ ਹੈ? ਦ ਬੈਸਟ ਆਫ ਕੋਰਸ। ਕਸਟਮਰ ਨੇ ਕਿਹਾ, ਬਹੁਤ ਅੱਛਾ। ਤੁਹਾਨੂੰ ਪਤਾ ਨਹੀਂ ਹੈ ਕਿ ਇਹ ਜਿਸ ਦੀ ਫੋਟੋ ਹੈ ਉਹ ਮੇਰੇ ਲਈ ਕਿੰਨੀ ਕੁ ਜ਼ਿਆਦਾ ਇੰਪੋਰਟੈਂਟ ਪਰਸਨੈਲਿਟੀ ਹੈ। ਅਕਸਰ ਦੱਤਾ ਦੇ ਕੋਲ ਇਸ ਤਰ੍ਹਾਂ ਦੀ ਫੋਟੋਗ੍ਰਾਫਸ ਹੀ ਲੋਕ ਫਰੇਮ ਕਰਵਾਉਣ ਵਾਸਤੇ ਆਉਂਦੇ ਸੀ ਔਰ ਇਹ ਫੋਟੋ ਲੱਗਦੀ ਸੀ ਕਿ ਉਹਦੇ ਗ੍ਰੈਂਡਫਾਦਰ ਦੀ ਹੈ। ਤੇ ਉਹਨੇ ਦੱਸਿਆ ਕਿ ਨਾ ਇਹ ਸਿਰਫ ਮੇਰੇ ਗ੍ਰੈਂਡਫਾਦਰ ਬਲਕਿ ਇੱਕ ਫਿਲਾਂਥਰੋਪਿਸਟ ਮੀਨਸ ਲੋਕਾਂ ਦੀ ਗਰੀਬਾਂ ਦੀ ਮਦਦ ਕਰਨ ਵਾਲੇ ਸੋਸ਼ਲ ਵਰਕਰ ਸੀ ਔਰ ਟਰਬਨ ਉਹਨਾਂ ਨੇ ਬੰਨੀ ਹੋਈ ਸੀ, ਪਗੜੀ। ਦੇਖ ਕੇ ਪਿਛਲੇ ਕਿਸੇ ਬਜ਼ੁਰਗ ਦੀ ਜਿਸ ਤਰੀਕੇ ਦੀ ਝਲਕ ਹੁੰਦੀ ਸੀ ਉਸ ਤਰ੍ਹਾਂ ਦੀ ਇਹ ਫੋਟੋਗ੍ਰਾਫ ਸੀ। ਔਰ ਉਹ ਕਸਟਮਰ ਉਸ ਪਰਸਨੈਲਿਟੀ ਦੇ ਬਾਰੇ ਤਾਰੀਫਾਂ ਦੇ ਪੁੱਲ ਬੰਨੀ ਜਾ ਰਿਹਾ ਸੀ ਕਿ ਇਹ ਬਹੁਤ ਦਇਆਲੂ ਸੀ ਔਰ ਮੈਂ ਇਹਨਾਂ ਨੂੰ ਬਹੁਤ ਅੱਛੀ ਪਿਕਚਰ ਫਰੇਮ ਕਰਕੇ ਆਪਣੇ ਘਰ ਦੇ ਵਿੱਚ ਮੇਰੇ ਲਈ ਤਾਂ ਇਹ ਪਰਮਾਤਮਾ ਦੇ ਸਮਾਨ ਸੀ। ਦੱਤਾ ਨੇ ਆਪਣਾ ਸਵਾਲ ਫਿਰ ਦੁਹਰਾਇਆ, ਵਟ ਸੌਰਟ ਆਫ ਅ ਫਰੇਮ ਡੂ ਯੂ ਵਾਂਟ? ਦੱਤਾ ਨੇ ਕਿਹਾ, ਕਿਸ ਤਰੀਕੇ ਦਾ ਫਰੇਮ ਚਾਹੀਦਾ ਹੈ? ਪਲੇਨ, ਵੁਡਨ, ਲੈਕੁਅਰ, ਗੋਲਡ, ਪਲਾਸਟਿਕ ਔਰ ਜਸਟ ਇਨੈਮਲ ਪੇਂਟਡ? ਕਿਸ ਤਰ੍ਹਾਂ ਦਾ ਫਰੇਮ ਤੁਸੀਂ ਪਸੰਦ ਕਰਦੇ ਹੋ? Lacquer means a liquid that is used on wood or metal to give it a hard shiny surface। ਚਮਕ ਪੈਦਾ ਕਰਨ ਵਾਲਾ ਜਿਹੜਾ ਵੁਡਨ ਦੇ ਉੱਪਰ ਪੇਂਟ ਫੇਰਿਆ ਜਾਂਦਾ। ਕਿਸ ਤਰ੍ਹਾਂ ਦਾ ਫਰੇਮ ਤੁਸੀਂ ਪਸੰਦ ਕਰਦੇ ਹੋ? ਹੁਣ ਕਸਟਮਰ ਕਨਫਿਊਜ਼ ਸੀਗਾ, ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਦੱਤਾ ਨੇ ਉਹਨੂੰ ਸੁਝਾਅ ਦਿੱਤਾ ਕਿ ਪਲੇਨ, ਡੈਕੋਰੇਟਿਵ, ਫਲੋਰਲ, ਜਿਓਮੈਟ੍ਰੀਕਲ, ਥਿਨ, ਇਹ ਸਾਰੇ ਤਰ੍ਹਾਂ ਦੀ ਚੋਇਸ ਤੁਹਾਡੇ ਕੋਲ ਹੈ। ਕੋਈ ਡੈਕੋਰੇਟਿਵ ਹੈ, ਕੋਈ ਫੁੱਲਾਂ ਦੀ ਸ਼ੇਪ, ਕੋਈ ਜਿਓਮੈਟ੍ਰੀਕਲ ਸ਼ੇਪ, ਤੇ ਤੁਸੀਂ ਕਿਹੋ ਜਿਹਾ ਲੈਣਾ ਪਸੰਦ ਕਰੋਗੇ? ਜਦੋਂ ਦੱਤਾ ਨੇ ਦੇਖਿਆ ਕਿ ਕਸਟਮਰ ਕੁਝ ਡਿਸਾਈਡ ਨਹੀਂ ਕਰ ਪਾ ਰਿਹਾ ਤੇ ਫਿਰ ਦੱਤਾ ਨੇ ਰਿਕਮੈਂਡ ਕੀਤਾ, ਆਹ ਦੇਖੋ ਇੱਕ ਬਹੁਤ ਹੀ ਅੱਛਾ ਫਰੇਮ ਹੈ, गोल्ड लीव्स है और विंडिंग क्रीपर्स, बेल बनी हुई है पत्तियां दी, और जर्मन, इट इज़ जर्मन इंपोर्टेड है, जर्मन का बनया हुआ है। द कस्टमर वॉज इंप्रैसड एंड साइलेंस्ड, कस्टमर को अच्छा तो लग गया लेकिन चुप सेगा। दत्ता ने फिर कहा, यू वॉन्ट अ प्लेन माउंट और कट माउंट, किस तरह की शेप चाहिए तुहानू? तो उन्हें कहा, लेट मी हैव अ कट माउंट, मैनू कट माउंट ही दे दो। ओवल शेप हुंदी है। और जदों उन्हें पूछा विल इट कॉस्ट मच, कि इहदी कीमत कितनी होएगी, तो दत्ता ने जवाब दिता, इट विल कॉस्ट 17 रुपीज़। सो ये इंपॉर्टेंट चैप्टर दे विच है कि कस्टमर तो किन्ने पैसे दी, किन्ने रुपए की डिमांड दत्ता ने की सी, और कस्टमर नू अच्छा चाहिए सीगा, इस करके कुछ बारगेनिंग करने की कोशिश की, लेकिन दत्ता ने इग्नोर कर दिता। और कस्टमर ने फिर पूछा, ओके ठीक है, कदों तक तैयार हो जाएगी? 2 वीक्स फ्रॉम टुडे, 14 दिन का समय दत्ता ने अपने कस्टमर को दिता। दत्ता इस एक्सपीरियंस दे विच बहुत ज़्यादा ये चीज़ों जान चुकिया सीगा कि कस्टमर कभी भी टाइम पर नहीं पहुँचता, या तो वो कुछ दिन पहले एडवांस आ जाता है और फिर डिसअपॉइंट होकर वापस चले जाता है, फिर कई महीनों तक नहीं आते, और कई दी तो पिक्चर्स भी दत्ता कोल ही पईयां, कोई लैन ही नहीं आया। और वो दुकान दे विच बहुत सारिया पिक्चर्स डब्बे दे विच ही पईयां, जिहदे विच की डस्ट पई है, कॉकरोचेस, सिल्वर फिश वर्गे इंसैक्ट उत्थे घूम रहे हैं। तो उन्होंने लग रहा है कि एक बार आके फिर जाएगा तो फिर मैं इन्हूं दोबारा टाइम दूँगा कि हाँ ये लैन दे लई सीरीयस है। 10 दिन हुए, कस्टमर दोबारा आ गया। जो पूछया तो दत्ता ने पहले ध्यान ही नहीं दिता, फिर उन्होंने कहा कि मैं 14 दिन का टाइम दिता सी, 2 हफ्तियां का टाइम दिता सी। कस्टमर कहता हाँ हाँ मैनू इत्थों काम सीगा, मैं सोचा निकल जावां इत्थों पुछ के, अदरवाइज़ मैं फिर ही आ जाऊँगा। हुण दत्ता नूं लगा कि ये हुण सीरीयस है इस फोटोग्राफ नूं लैण वास्ते। कस्टमर चला गया और दत्ता ने अगली सवेर उस फोटो का ही
ਫਸਟ ਜੌਬ ਪ੍ਰੈਫਰੈਂਸ ਦਿੱਤੀ ਉਸ ਫੋਟੋਗ੍ਰਾਫ ਨੂੰ ਕਿ ਮੈਂ ਇਹਨੂੰ ਹੁਣ ਤਿਆਰ ਕਰਨਾ। ਸਾਰਾ ਸਮਾਨ ਇਕੱਠਾ ਕਰ ਲਿਆ, ਫੋਟੋਗ੍ਰਾਫ ਵੀ ਰੱਖ ਲਈ, ਸਾਰੀਆਂ ਚੀਜ਼ਾਂ ਰੱਖ ਲਈਆਂ। ਔਰ ਐਜ਼ ਯੂਜੂਅਲ ਜਿਸ ਤਰੀਕੇ ਦੇ ਨਾਲ ਉਹਦੀ ਪੈਨਸਿਲ ਗੁੰਮ ਜਾਂਦੀ ਸੀ ਉਹੀ ਹੋਇਆ, ਔਰ ਉਹ ਪੈਨਸਿਲ ਮਿਸ ਹੋ ਗਈ। ਹੁਣ ਪੈਨਸਿਲ ਨੂੰ ਲੱਭਣ ਵਾਸਤੇ ਦੱਤਾ ਉੱਠ ਕੇ ਖੜਾ ਹੋਇਆ। ਉਹਨੇ ਆਪਣੀ ਧੋਤੀ ਦੇ ਫੋਲਡ ਨੂੰ ਸ਼ੇਕਅਪ ਕੀਤਾ ਕਿ ਮੇਰੇ ਕੱਪੜਿਆਂ ਦੀ ਸਿਲਵਟਾਂ 'ਚ ਕਿਤੇ ਫਸੀ ਨਾ ਹੋਵੇ। ਲੇਕਿਨ ਇਸੇ ਹੀ ਹਿਲਜੁਲ ਦੇ ਵਿੱਚ ਇੱਕ ਐਮਲ ਪੇਂਟ ਦਾ ਛੋਟਾ ਜਿਹਾ ਟਿਨ ਜੋ ਕਿ ਫੋਟੋਗ੍ਰਾਫ ਦੇ ਨਾਲ ਹੀ ਪਿਆ ਸੀ ਉਹ ਪਲਟ ਗਿਆ, ਔਰ ਸਾਰਾ ਪੇਂਟ ਜੋ ਇਨੈਮਲ ਪੇਂਟ ਸੀਗਾ ਉਹ ਫੋਟੋਗ੍ਰਾਫ ਦੇ ਉੱਪਰ ਬਿਖਰ ਗਿਆ। ਦੱਤਾ ਇੱਕਦਮ ਟਰਾਂਸਫਿਕਸਡ ਮੀਨਸ ਹਿੱਲ ਹੀ ਨਹੀਂ ਪਾ ਰਿਹਾ ਸੀ ਕਿ ਇਹ ਕੀ ਹੋ ਗਿਆ। ਜਦ ਤੱਕ ਉਹਨੂੰ ਹੋਸ਼ ਆਈ, ਫਟਾਫਟ ਇੱਕ ਕੱਪੜਾ ਲੈ ਕੇ ਉਹਨੇ ਫੋਟੋ ਦੇ ਉੱਤੋਂ ਪੇਂਟ ਸਾਫ਼ ਕਰਨਾ ਸ਼ੁਰੂ ਕੀਤਾ। ਲੇਕਿਨ ਹੋਇਆ ਕਿ ਉਸ ਤੋਂ ਵੀ ਬੁਰਾ ਹਾਲ ਹੋ ਗਿਆ, ਕਿਉਂਕਿ ਜੋ ਪਿਕਚਰ ਦੇ ਉੱਪਰ ਇੱਕ ਫਿਲਮੀ ਕੋਟਿੰਗ ਹੁੰਦੀ ਹੈ ਸਰਫੇਸ 'ਤੇ, ਉਹ ਉਖੜਨੀ ਸ਼ੁਰੂ ਹੋ ਗਈ। ਔਰ ਤਕਰੀਬਨ ਚਿਹਰੇ ਦੇ ਉੱਪਰ ਹਾਫ ਜੋ ਫੇਸ ਸੀਗਾ ਉਸ ਓਲਡ ਮੈਨ ਦਾ, ਔਰ ਟਰਬਨ ਉਹਦੀ ਬਿਲਕੁਲ ਖਰਾਬ ਹੋ ਗਈ ਸੀ। ਹੁਣ ਦੱਤਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਇਹੋ ਜਿਹੀਆਂ ਫੋਟੋਗ੍ਰਾਫ ਘਰਾਂ ਦੇ ਵਿੱਚ ਜ਼ਿਆਦਾ ਨਹੀਂ ਹੁੰਦੀਆਂ ਕਿ ਦੁਬਾਰਾ ਦੂਸਰੀ ਕਾਪੀ ਮੰਗਾਈ ਜਾ ਸਕੇ। ਔਰ ਹੁਣ ਦੱਤਾ ਪਰੇਸ਼ਾਨ ਸੀ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਰਿਕਵਰ ਕਰੇ, ਕਿਸ ਤਰੀਕੇ ਦੇ ਨਾਲ ਉਹ ਕਸਟਮਰ ਨੂੰ ਫੇਸ ਕਰੇਗਾ। ਅਚਾਨਕ ਉਹਦੇ ਮਾਈਂਡ ਦੇ ਵਿੱਚ ਇੱਕ ਆਈਡੀਆ ਆਇਆ, ਔਰ ਉਸਨੇ ਆਪਣੀ ਦੁਕਾਨ 'ਤੇ ਪਈਆਂ ਹੋਈਆਂ ਸਾਰੀਆਂ ਪਿਕਚਰਸ ਜੋ ਬਾਕਸ ਦੇ ਵਿੱਚ ਪਈਆਂ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਦੇਖਣਾ ਸ਼ੁਰੂ ਕੀਤਾ। ਉਸ ਵੁਡਨ ਬਾਕਸ ਦੇ ਵਿੱਚ ਜਿੱਥੇ ਕਿ ਕਾਕਰੋਚਸ ਔਰ ਸਪਾਈਡਰਸ ਸੀਗੇ, ਉਹ ਸਾਰੀਆਂ ਤਸਵੀਰਾਂ ਨੂੰ ਬਿਖੇਰ ਦਿੱਤਾ, ਔਰ ਕਿਸੇ ਉਹੀ ਜਿਹੀ ਮਿਲਦੀ ਜੁਲਦੀ ਬਰਾਊਨਿਸ਼ ਫੋਟੋਗ੍ਰਾਫ ਜਿਹਦੇ ਵਿੱਚ ਕਿ ਕੋਈ ਓਲਡ ਮੈਨ ਹੋਏ ਲੱਭਣਾ ਸ਼ੁਰੂ ਕੀਤਾ। ਲੇਕਿਨ ਕੋਈ ਵੀ ਇਹੋ ਜਿਹੀ ਫੋਟੋਗ੍ਰਾਫ ਉਹਨੂੰ ਅਜੇ ਤੱਕ ਨਹੀਂ ਮਿਲ ਪਾ ਰਹੀ ਸੀ। ਕਿਸੇ ਫੋਟੋਗ੍ਰਾਫ ਦੇ ਵਿੱਚ ਗੁਲਦਸਤਾ ਪਿਆ ਸੀ, ਕਿਸੇ ਫੋਟੋਗ੍ਰਾਫ ਦੇ ਵਿੱਚ ਬਹੁਤ ਸਾਰੇ ਗ੍ਰੈਂਡ ਚਿਲਡਰਨ ਸੀ ਬਜ਼ੁਰਗ ਦੇ ਨਾਲ। ਹੁਣ ਆਖਿਰ ਇੱਕ ਤਸਵੀਰ ਦੱਤਾ ਦੇ ਹੱਥ ਲੱਗੀ, ਔਰ ਦੱਤਾ ਨੇ ਉਹਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮਾਈਂਡ ਦੇ ਵਿੱਚ ਜੋ ਡਿਸਟਰਬੈਂਸ ਔਰ ਕਨਫਿਊਜ਼ਨ ਚੱਲ ਰਹੀ ਸੀ, ਆਰ ਕੇ ਲਕਸ਼ਮਣ ਨੇ ਉਹਨੂੰ ਬਹੁਤ ਹੀ ਅੱਛੇ ਸ਼ਬਦਾਂ ਦੇ ਵਿੱਚ ਡਿਸਕ੍ਰਾਈਬ ਕੀਤਾ ਜੋ ਹਿਊਮਨ ਇਮੋਸ਼ਨਸ ਹੈ, ਕਿਹੋ ਜਿਹੇ ਭਾਵ ਉਹਦੇ ਮਨ ਦੇ ਵਿੱਚ ਚੱਲ ਰਹੇ ਆ। ਉਹਨੂੰ ਹਰ ਪਲ ਇਹ ਮਨ ਦੇ ਵਿੱਚ ਸੀਗਾ ਕਿ ਅਗਰ ਉਹ ਪਕੜਾ ਜਾਂਦਾ ਹੈ ਇਸ ਚਾਲਾਕੀ ਦੇ ਵਿੱਚ ਤੇ ਫਿਰ ਉਹ ਕੀ ਜਵਾਬ ਦੇਗਾ ਕਸਟਮਰ ਨੂੰ। ਔਰ ਅਖੀਰ ਜਦੋਂ ਉਹਦਾ ਕੰਮ ਪੂਰਾ ਹੋ ਗਿਆ, ਉਹਨੇ ਉਸ ਤਸਵੀਰ ਨੂੰ ਅਖਬਾਰ ਦੇ ਵਿੱਚ ਲਪੇਟ ਕੇ ਰੱਖ ਦਿੱਤਾ। ਕਸਟਮਰ ਦੁਕਾਨ ਦੇ ਬਾਹਰ ਖੜਾ ਸੀ, ਔਰ ਇਸ ਸਿਚੁਏਸ਼ਨ ਨੂੰ ਦੱਤਾ ਆਪਣੇ ਮਨ ਦੇ ਵਿੱਚ ਬਹੁਤ ਵਾਰੀ ਰਿਵਾਈਜ਼ ਕਰ ਚੁੱਕਿਆ ਸੀ, ਹੰਢਾ ਚੁੱਕਿਆ ਸੀ। ਦਿਲ ਧੜਕ ਰਿਹਾ ਸੀ। ਕਸਟਮਰ ਨੇ ਆ ਕੇ ਪੁੱਛਿਆ, ਇਜ਼ ਇਟ ਰੈਡੀ, ਕਿ ਤਸਵੀਰ ਤਿਆਰ ਹੈ। ਦੱਤਾ ਨੇ ਹੌਲੀ ਹੌਲੀ ਹੱਥ ਤਸਵੀਰ ਵੱਲ ਵਧਾਏ, ਔਰ ਉਹਦੇ ਉੱਪਰ ਜੋ ਰੈਪ ਕੀਤਾ ਹੋਇਆ ਸੀ ਉਸ ਰੈਪਰ ਨੂੰ ਹੌਲੀ ਹੌਲੀ ਖੋਲ੍ਹ ਕੇ ਤਸਵੀਰ ਕਸਟਮਰ ਵੱਲ ਵਧਾ ਦਿੱਤੀ। ਉਸ ਕਸਟਮਰ ਨੇ ਥੋੜ੍ਹੀ ਦੇਰ ਤੱਕ ਤਸਵੀਰ ਨੂੰ ਇਕਟਕ ਦੇਖਿਆ, ਔਰ ਫਿਰ ਪੁੱਛਿਆ, ਇਹ ਕੀ ਕੀਤਾ? ਵਟ ਯੂ ਹੈਵ ਡਨ, ਵਟ ਹੈਵ ਯੂ ਦਾ। ਉਸ ਤੋਂ ਪਹਿਲੇ ਹੀ ਕਸਟਮਰ ਨੇ ਬੋਲਿਆ, ਨਾਓ ਡੋਂਟ ਡਿਨਾਈ ਇਟ, ਹੁਣ ਮਨਾ ਨਾ ਕਰਿਓ। I clearly remember asking for a cut mount with an oval shape. ਮੈਨੂੰ ਅੱਛੇ ਤਰੀਕੇ ਦੇ ਨਾਲ ਯਾਦ ਹੈ ਕਿ ਮੈਂ ਤੁਹਾਨੂੰ ਇੱਕ ਕੱਟ ਮਾਊਂਟ ਔਰ ਓਵਲ ਸ਼ੇਪ ਦੇ ਲਈ ਬੋਲਿਆ ਸੀਗਾ, ਲੇਕਿਨ ਦਿਸ ਇਜ਼ ਸਕੁਏਅਰ। ਲੁੱਕ, ਦੇਖੋ ਤੁਸੀਂ ਤਾਂ ਤਸਵੀਰ ਨੂੰ ਸਕੁਏਅਰ ਫਰੇਮ ਦੇ ਵਿੱਚ ਜੜ ਦਿੱਤਾ ਹੈ। ਦੈਟ ਮੀਨਸ ਕਿ ਤਸਵੀਰ ਦੇ ਵਿੱਚ ਆਪਣੇ ਗ੍ਰੈਂਡਫਾਦਰ ਦੀ ਪਿਕਚਰ ਨੂੰ ਉਹ ਕਸਟਮਰ ਪਹਿਚਾਨ ਨਹੀਂ ਪਾਇਆ। ਸ਼ਿਕਾਇਤ ਦਾ ਜ਼ਰੂਰ ਕੀਤੀ ਉਹਨੇ, ਲੇਕਿਨ ਸ਼ਿਕਾਇਤ ਇੱਥੇ ਤਸਵੀਰ ਦੇ ਰਿਗਾਰਡਿੰਗ ਨਹੀਂ ਸੀ, ਸ਼ਿਕਾਇਤ ਇੱਥੇ ਫਰੇਮ ਦੇ ਰਿਗਾਰਡਿੰਗ ਸੀ। ਔਰ ਦੱਤਾ ਨੇ ਸੁੱਖ ਦਾ ਸਾਹ ਲਿਆ ਕਿ ਉਹਦੀ ਗਲਤੀ ਪਕੜੀ ਨਹੀਂ ਗਈ। ਅਤੇ ਇਹ ਸਟੋਰੀ ਜਿਹਦੇ ਵਿੱਚ ਕਿ ਆਰ ਕੇ ਲਕਸ਼ਮਣ ਜੀ ਨੇ ਬਹੁਤ ਹੀ ਇੰਪ੍ਰੈਸਿਵ ਵੇ ਦੇ ਨਾਲ ਹਿਊਮਨ ਇਮੋਸ਼ਨਸ ਨੂੰ ਐਕਸਪ੍ਰੈਸ ਕੀਤਾ, ਔਰ ਇਸ ਚੈਪਟਰ ਦਾ ਮੇਨ ਕਰੈਕਟਰ ਦੱਤਾ ਸੀ। ਆਈ ਹੋਪ ਕਿ ਸਟੋਰੀ ਤੁਹਾਨੂੰ ਇੰਟਰਸਟਿੰਗ ਲੱਗੀ ਹੋਏਗੀ। ਹੁਣ ਕੁਝ ਕੁਐਸਚਨਸ ਡਿਸਕਸ ਕਰ ਲਈਏ।
ਜਿਵੇਂ ਕਿ ਵਟ ਪ੍ਰਾਈਸ ਡਿਡ ਦੱਤਾ ਕੋਟ ਫॉर द फ्रेम। ਦੱਤਾ ਨੇ ਉਸ ਫਰੇਮ ਦੇ ਕਿੰਨੇ ਪੈਸੇ ਮੰਗੇ ਸੀ? ਸੋ ਦ ਆਂਸਰ ਇਜ਼ 17 रुपीज़। हुज पिक्चर वॉज दैट या हुज फोटोग्राफ वॉज दैट। इस तरीके नाल अगर क्वेश्चन आए तो फिर दैट वॉज हिज ग्रैंडफादर्स पिक्चर। कस्टमर दी ग्रैंडफादर दी पिक्चर सी। आफ्टर हाउ मैनी डेज डिड कस्टमर कम टू इंक्वायर इफ द पिक्चर वॉज रेडी? यस, इट इज़ आफ्टर 2 weeks। हु वॉज द ओनर ऑफ द मॉडर्न फ्रेमवर्क्स? मॉडर्न फ्रेमवर्क्स दुकान दा मालिक कौन सी? यस, द नेम ऑफ द ऑथर, नेम ऑफ द ओनर इज दत्ता। वट वॉज स्पिल्ड ऑन द फोटोग्राफ? फोटोग्राफ के ऊपर की बिखर गया सी? यस, एंड इनमल पेंट। वेयर वॉज द फोटोग्राफ लाइंग? फोटोग्राफ कित्थे रखी सी उन्हें? ऑन अ वुडन प्लैंक। उस लकड़ी के तख्ते थे, तख्ते ते उन्हें वो पिक्चर रखी सी जिथे कि वो अक्सर तस्वीरें रख के फ्रेम करता सी। Who is the author of the chapter? Yes, who is the author of the chapter? R.K. Lakshman is the author of the chapter. So these are the questions. I hope it is clear. So don't forget to subscribe, and thanks for watching the video. Thanks a lot.